एवरीवन सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 8ਵੀਂ ਕਲਾਸ ਦੀ ਇੰਗਲਿਸ਼ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਤੇ ਉਹਦਾ 5ਵਾਂ ਚੈਪਟਰ ਜੋ ਕਿ ਇੱਕ ਪੋਇਮ ਹੈਗੀ ਹੈ ਡੋਂਟ ਕੁਇਟ, ਯਾਨੀ ਕੋਈ ਵੀ ਚੀਜ਼ ਹੋਏ ਉਹਨੂੰ ਛੱਡੋ ਨਾ। शुरू करते हैं प्री रीडिंग तो डिक्शनरी रेफरेंस लर्निंग न्यू वर्ड्स नवे शब्द सीखांगे। Look up the following words in a dictionary. You should seek the following information about the words and put them in your words notebook. ਹੇਠ ਲਿਖੇ ਜਿਹੜੇ ਸ਼ਬਦ ਹੈਗੇ ਨੇ ਉਹਨਾਂ ਦਾ ਮਤਲਬ ਤੁਸੀਂ ਡਿਕਸ਼ਨਰੀ ਦੇ ਵਿੱਚ ਲੱਭਣਾ ਹੈ ਤੇ ਉਸ ਤੋਂ ਬਾਅਦ ਉਹਨੂੰ ਆਪਣੀ ਇਹ ਜਾਣਕਾਰੀ ਇਕੱਠੀ ਕਰਕੇ ਵਰਡਸ ਦੀ ਨੋਟਬੁੱਕ ਦੇ ਵਿੱਚ ਲਿਖਣਾ ਹੈ। ਕੀ ਪਤਾ ਕਰਨਾ ਹੈ? ਪਹਿਲੀ ਗੱਲ, ਮੀਨਿੰਗ ਆਫ ਦ ਵਰਡ ਇਜ਼ ਯੂਜ਼ਡ ਇਨ ਦ ਪੋਇਮ। ਇਹ ਸ਼ਬਦ ਕਿਸ ਵਜੋਂ ਵਰਤਿਆ ਗਿਆ ਪੋਇਮ ਦੇ ਵਿੱਚ? ਕੀ ਇਹ ਇੱਕ ਐਡਜੈਕਟਿਵ ਹੈ, ਵਿਸ਼ੇਸ਼ਣ ਹੈ, ਨਾਉਨ, ਨਾਮ, ਵਰਬ, ਕਿਰਿਆ ਕੀ ਹੈਗਾ? ਦੂਜੀ ਗੱਲ ਜਿਹੜੀ ਪਤਾ ਕਰਨੀ ਉਹ ਹੈਗੀ ਪ੍ਰੋਨੰਸੀਏਸ਼ਨ, ਉਚਾਰਨ ਕਿਵੇਂ ਕਰਨਾ ਹੈ, ਤੇ ਤੀਜੀ ਤੇ ਸਭ ਤੋਂ ਜ਼ਰੂਰੀ ਸਪੈਲਿੰਗਸ। ਤਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਹੈਗਾ ਟਰਜਿੰਗ, ਦੂਜਾ ਕੇਅਰ, ਉਸ ਤੋਂ ਬਾਅਦ ਸਟਕ ਆਊਟ, ਬਲੋ, ਕੁਇਰ, twists and turns, faint and faltering, victor, golden crown, tint, after, hardest। ठीक है, ਹੁਣ ਆਪਾਂ ਸ਼ੁਰੂ ਕਰਦੇ ਹਾਂ ਪੋਇਮ ਨੂੰ ਪੜ੍ਹਨਾ ਤੇ ਜਿਵੇਂ ਜਿਵੇਂ ਆਪਾਂ ਪੋਇਮ ਨੂੰ ਪੜਾਂਗੇ ਉਵੇਂ ਉਵੇਂ ਤੁਹਾਨੂੰ ਇਹ ਜਿਹੜੇ ਵਰਡਸ ਹੈਗੇ ਨੇ ਇਹਨਾਂ ਦਾ ਮਤਲਬ ਵੀ ਪਤਾ ਲੱਗਦਾ ਰਹੇਗਾ। ਰੀਡਿੰਗ, ਲੈਟ ਅਸ ਰੀਡ ਦ ਪੋਇਮ ਡੋਂਟ ਕੁਇਟ, ਯਾਨੀ ਛੱਡੋ ਨਾ, ਹਾਰ ਨਾ ਮੰਨੋ। when things go wrong as they sometimes will, when the roads you are trudging seems all uphill, when the funds are low and the debts are high। ਕਿੰਨੀ ਵਧੀਆ ਇੱਥੇ ਗੱਲ ਸਾਨੂੰ ਕਹੀ ਗਈ ਹੈ। ਇੱਥੇ ਇਹ ਕਿਹਾ ਗਿਆ ਵੀ ਜਦ ਵੀ ਤੁਸੀਂ ਕੋਈ ਕੰਮ ਕਰਦੇ ਹੋ ਤੇ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਸਹੀ ਤਰੀਕੇ ਨਾਲ ਨਹੀਂ ਜਾਂਦੀਆਂ, ਠੀਕ ਹੈ, ਜੋ ਅਕਸਰ ਹੋਏਗਾ। ਕੋਈ ਵੀ ਕੰਮ ਆਪਾਂ ਫੜਾਂਗੇ, ਹੋ ਸਕਦਾ ਸਾਡੇ ਹਿਸਾਬ ਨਾਲ ਉਹ ਕੰਮ ਨਾ ਹੋ ਰਿਹਾ ਹੋਏ ਜਾਂ ਜਿਵੇਂ ਅਸੀਂ ਚਾਹੁੰਦੇ ਹੋਵੇ ਨਾ ਹੋ ਰਿਹਾ ਹੋਏ। ਤੇ ਜਦ ਜਿਹੜੀਆਂ ਸੜਕਾਂ ਹੈਗੀਆਂ ਨੇ ਤੁਹਾਨੂੰ ਇਹ ਲੱਗ ਰਿਹਾ ਯੂ ਆਰ ਟਰਗਿੰਗ, ਟਰਗਿੰਗ ਕਹਿਣ ਦਾ ਮਤਲਬ ਜਦ ਤੁਸੀਂ ਹੌਲੀ ਹੌਲੀ ਚੱਲ ਰਹੇ ਹੋ ਕਿਉਂਕਿ ਬਹੁਤ ਜ਼ਿਆਦਾ ਥੱਕ ਚੁੱਕੇ ਹੋ ਉਸ ਰਸਤੇ ਤੇ। ਸਪੈਸ਼ਲੀ ਉਦੋਂ ਹੁੰਦਾ ਜਦ ਆਪਾਂ ਪਹਾੜ ਦੇ ਉੱਤੇ ਚੱਲ ਰਹੇ ਹੁੰਦੇ ਆ ਨਾ, ਛੋਟੇ ਛੋਟੇ ਕਦਮ ਚੱਕਦੇ ਆ, ਸਲੋ ਚੱਲਦੇ ਆ। ਟਰਗਿੰਗ ਦਾ ਮਤਲਬ ਇਹੀ ਹੁੰਦਾ ਜਦ ਤੁਸੀਂ ਸਲੋਲੀ ਹੌਲੀ ਹੌਲੀ ਚੱਲਦੇ ਹੋ ਕਿਉਂਕਿ ਤੁਸੀਂ ਥਕੇ ਹੋਏ ਹੁੰਦੇ ਹੋ, ਉਹਨੂੰ ਟਰਗਿੰਗ ਕਹਿੰਦੇ। ਕਿਉਂ? ਕਿਉਂਕਿ ਪਹਾੜ ਦੇ ਉੱਤੇ ਚੱਲ ਰਹੇ ਹੋ ਤੇ ਨਾਲ ਦੀ ਨਾਲ ਜਿਹੜੇ ਫੰਡਸ ਹੈਗੇ ਨੇ, ਪੈਸੇ ਹੈਗੇ ਨੇ ਕਿਸੇ ਚੀਜ਼ ਤੇ ਲਾਣ ਵਾਲੇ, ਉਹ ਵੀ ਖਤਮ ਹੋ ਗਏ ਤੇ ਜਿਹੜਾ ਕਰਜ਼ਾ ਹੈਗਾ ਉਹ ਵੱਧਦਾ ਜਾ ਰਿਹਾ। ਐਂਡ ਯੂ ਵਾਂਟ ਟੂ ਸਮਾਈਲ ਬਟ ਯੂ ਹੈਵ ਟੂ ਸਾਈ। ਅੱਗੇ ਇਹ ਕਿਹਾ ਗਿਆ ਵੀ ਤੁਸੀਂ ਉਸ ਵੇਲੇ ਤੁਸੀਂ ਸਮਾਈਲ ਕਰਨਾ ਚਾਹੁੰਦੇ ਹੋ, ਤੁਸੀਂ ਥੱਕ ਚੁੱਕੇ ਹੋ ਪਰ ਤੁਹਾਨੂੰ ਸਾਈ ਕਰਨਾ ਪੈ ਰਿਹਾ। ਕਹਿਣ ਦਾ ਮਤਲਬ ਐਵੇਂ ਜਦ ਆਪਾਂ ਲੰਬਾ ਜਿਹਾ ਸਾਹ ਲੈਂਦੇ ਆ ਨਾ, ਜਦ ਆਪਾਂ ਥੱਕ ਜਾਂਦੇ ਆ ਦਿਖਾਉਣ ਲਈ ਵੀ ਅਸੀਂ ਉਦਾਸ ਹੈਗੇ ਆ, ਹਾਏ ਉਹ। When care is pressing you down a bit, rest if you must, but don't you quit। ਕਿ ਜਦ ਤੁਹਾਡੇ ਉੱਤੇ ਇੰਨਾ ਪ੍ਰੈਸ਼ਰ ਹੈਗਾ ਵੀ ਤੁਹਾਨੂੰ ਏਦਾਂ ਲੱਗ ਰਿਹਾ ਕਿ ਪ੍ਰੈਸ਼ਰ ਦੇ ਥੱਲੇ ਮਤਲਬ ਕੇਅਰ ਹੋ ਰਹੀ ਹੈ ਚਾਰੇ ਪਾਸਿਓਂ ਪਰ ਤੁਹਾਨੂੰ ਇਹ ਲੱਗ ਰਿਹਾ ਪ੍ਰੈਸ਼ਰ ਬਹੁਤ ਜ਼ਿਆਦਾ ਪੈ ਰਿਹਾ, ਤਾਂ ਉਸ ਵੇਲੇ ਨਾ ਰੈਸਟ ਕਰ ਲਓ, ਥੋੜਾ ਸਾਹ ਲੈ ਲਓ, ਥੋੜਾ ਆਰਾਮ ਕਰ ਲਓ, ਥੋੜਾ ਰੁਕ ਜਾਓ, ਪਰ ਛੱਡਿਓ ਨਾ ਚੀਜ਼ ਨੂੰ, ਠੀਕ ਹੈ। ਦੇਖ ਲਓ, ਆਪਣੇ ਆਪ ਨੂੰ ਸਾਂਭ ਲਓ ਪਰ ਛੱਡਿਓ ਨਾ। Life is queer with its twists and turns, as every one of us sometimes learns। ਕਹਿਣ ਦਾ ਮਤਲਬ ਜਿਹੜੀ ਜ਼ਿੰਦਗੀ ਹੈ, queer ਦਾ ਮਤਲਬ ਸਟ੍ਰੇਂਜ। ਜ਼ਿੰਦਗੀ ਬੜੀ ਅਜੀਬ ਹੈ, ਜਿਹੜੇ ਉਹਦੇ ਵਿੱਚ ਮੋੜ ਆਉਂਦੇ ਨੇ, ਟਰਨਸ ਆਉਂਦੇ ਨੇ, ਉਹਦੇ ਕਰਕੇ ਜ਼ਿੰਦਗੀ ਬੜੀ ਅਜੀਬੋ ਗਰੀਬ ਹੈ। ਜਿਵੇਂ ਆਪਾਂ ਸੋਚਦੇ ਹਾਂ ਜ਼ਿੰਦਗੀ ਉਹੋ ਜਿਹੀ ਨਹੀਂ ਹੁੰਦੀ, ਠੀਕ ਹੈ। ਤੇ ਇਹ ਐਜ਼ ਐਵਰੀ ਵਨ ਆਫ ਅਸ ਸਮਟਾਈਮਸ ਲਰਨ, ਤੇ ਇਹ ਜਦ ਮੌਕਾ ਆਉਂਦਾ ਹੈ ਤਾਂ ਅਸੀਂ ਆਪਣੇ ਆਪ ਸਿੱਖ ਲੈਂਦੇ ਹਾਂ ਵੀ ਜ਼ਿੰਦਗੀ ਸਿੱਧਾ ਰਸਤੇ ਤੇ ਚੱਲਣਾ ਨਹੀਂ ਹੈ। ਟਰਨਸ ਆਉਣਗੇ, ਤੁਸੀਂ ਹਾਰੋਗੇ, ਜਿੱਤੋਗੇ, ਖੁਸ਼ੀ ਆਏਗੀ, ਗਮੀ ਆਏਗੀ, ਸਭ ਮੌਸਮ ਆਉਣਗੇ। And many a failure turns about when he might have won had he stuck it out। Don't give up though the pace seems slow, you may succeed with another blow। ਤੇ ਇੱਥੇ ਇਹ ਦੱਸਿਆ ਗਿਆ ਹੈ ਵੀ ਜੇਕਰ ਕੋਈ ਬੰਦਾ ਬਾਹਰ ਨਿਕਲਦਾ ਨਹੀਂ ਹੈ, ਆਪਣੀ ਸੰਘਰਸ਼ ਨਹੀਂ ਕਰਦਾ, ਮਿਹਨਤ ਨਹੀਂ ਕਰਦਾ, ਠੀਕ ਹੈ, ਤਾਂ ਉਹ ਨਹੀਂ ਜਿੱਤਦਾ। ਹੋ ਸਕਦਾ ਫੇਲੀਅਰ ਆ ਰਿਹਾ ਹੋਏ। ਕਹਿਣ ਦਾ ਮਤਲਬ ਜਦ ਮੁਸ਼ਕਿਲਾਂ ਆ ਰਹੀਆਂ ਹੋਣ ਤਾਂ ਉਹ ਕੰਟੀਨਿਊ ਨਾ ਕਰੇ। ਤਾਂ ਇਹ ਕਿਹਾ ਗਿਆ, ਦਰਸਾਇਆ ਗਿਆ ਹੈ
कि भाई वो जित जाता, जे वो बाहर निकलता, वो आउटस्टैंड करता भी मैं तो करना ही करना है। ਤੇ ਜਿਹੜੇ ਕਵੀ ਹੈਗੇ ਨੇ ਉਹ ਇਹ ਗੱਲ ਇਸ ਕਰਕੇ ਕਹਿ ਰਹੇ ਨੇ ਤਾਂ ਕਿ ਉਹ ਸਾਨੂੰ ਇਨਸਪਾਇਰ ਕਰ ਸਕਣ ਕਿ ਕੁਝ ਵੀ ਇਸ਼ੂ ਹੋ ਜੇ ਜਿਹਦੇ ਨਾਲ ਤੁਸੀਂ ਡੀਲ ਕਰ ਰਹੇ ਹੋ, ਕੋਈ ਪ੍ਰੋਬਲਮ ਹੋ ਜੇ ਜੋ ਇੰਪੋਸੀਬਲ ਲੱਗੇ, ਤੁਸੀਂ ਹਿੰਮਤ ਨਾ ਹਾਰਿਓ। फिर इत्थे कहा गया है डोंट गिव अप थ्रू द पे दो द पेस सीम्स लो। हालांकि जो गति हैगी जिस नाल तुसी चल रहे हो वो बेशक एवें लगेगा भी किते पहुंच ही नहीं रहे, बहुत हौली हौली चल रहे हैं, जित ही नहीं हो रही, रिजल्ट ही नहीं आ रहा, पर हो सकता है तुसी जित जाओ विद अनदर ब्लो यानी एक होर झटका बजे, हो सकता है हवा चल पे ते तुसी उस चीज नु जित जाओ। Often the goal is nearer than it seems to a faint and faltering man। faltering कहने का मतलब वो बंदा बहुत ज़्यादा जो कमजोर हो जाता है। अक्सर इतना कहा गया भी जो गोल है जिथे आप पहुंचना है वो एक थके हुए इंसान को इतना लग रहा है जो इन्नी मेहनत कर रहे हैं भी पता नहीं कद आएगा, बट एक्चुअली जो मेहनत कर रहे हैं वो बहुत किसी मंजिल के कोल जाके अक्सर वो छड़ दिंदा है भी आए हाय एक ही हो गया। ਤੇ ਇਹ ਤਾਂ ਬੜੀ ਅਜੀਬ ਜੀ ਗੱਲ ਹੈ ਵੀ ਬਿਲਕੁਲ ਨੇੜੇ ਪਹੁੰਚ ਕੇ ਤੁਸੀਂ ਗਿਵ ਅਪ ਕਰ ਦਿੰਦੇ ਹੋ ਕਿਉਂਕਿ ਤੁਸੀਂ ਲੱਗਦਾ ਤੁਹਾਨੂੰ ਕਿ ਤੁਸੀਂ ਥੱਕ ਗਏ ਹੋ, ਤੁਹਾਡੇ ਤੋਂ ਨਹੀਂ ਹੋਏਗਾ, ਹੈ ਨਾ, ਇਦਾਂ ਅਕਸਰ ਹੁੰਦਾ ਹੈ। ਅੱਗੇ ਚੱਲਦੇ ਹਾਂ, ਅੱਗੇ ਪੜ੍ਹ ਲੈਂਦੇ ਹਾਂ। Often the struggler has given up when he might have captured the victor's cup। ਅਕਸਰ ਇਹ ਦੇਖਿਆ ਗਿਆ ਵੀ ਬਸ ਨੇੜੇ ਪਹੁੰਚ ਗਏ, ਇੱਥੇ ਤੱਕ ਪਹੁੰਚਣਾ ਨੇੜੇ ਬਿਲਕੁਲ ਕੋਲ ਜਾ ਕੇ ਇਹ ਦੇਖਿਆ ਗਿਆ ਵੀ ਜਿਹੜਾ ਬੰਦਾ ਹੈਗਾ ਉਹ ਸਟਰਗਲ ਕਰਨੀ ਛੱਡ ਦਿੰਦਾ ਹੈ। ਤੇ ਇਹ ਕਿੰਨੀ ਪਿਟੀ ਹੈਗੀ ਹੈ, ਮਤਲਬ ਇਹ ਕਿੰਨੀ ਸ਼ਰਮ ਦੀ ਗੱਲ ਹੈਗੀ ਵੀ ਤੁਸੀਂ ਪਹੁੰਚ ਹੀ ਗਏ ਹੋ, ਹੁਣ ਜਿੱਤ ਨੂੰ ਹਾਸਲ ਕਰ ਹੀ ਲਓ, ਹੈ ਨਾ, ਪਰ ਅਸੀਂ ਅਕਸਰ ਚੀਜ਼ਾਂ ਨੂੰ ਛੱਡ ਦਿੰਦੇ ਹਾਂ ਵੀ ਨਹੀਂ ਨਹੀਂ ਹੁਣ ਨਹੀਂ ਹੋਣਾ, ਹੁਣ ਨਹੀਂ ਪਹੁੰਚੇ ਜਾਣਾ, ਕੁਝ ਨਹੀਂ ਹੋਣਾ। And he learned too late when the night came down how close he was to the golden crown। Success is failure turned inside out। ਤੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਉਹਨੇ ਜਿੱਤ ਆਲਮੋਸਟ ਪ੍ਰਾਪਤ ਕਰ ਲਈ ਸੀ अपने डर नू दूर करके, अपने आप ते शक दूर करके, हुण उहनूं इह लग रहा सी कि हाय हाय किन्नी माड़ी चॉइस मैं कीती, मैं बिल्कुल ऑपोजिट करता, ठीक है ना, मैं बिल्कुल नेड़े जाके जिहड़ी जित सी उहनूं हार दे विच बदल दिता। तुसीं तां जित्ते होए सी ना, बट उहनूं बंदे नूं जो इन्नी मेहनत कर रहा सी उहनूं इह नहीं पता सी कि वो जितन दे किन्ना क्लोज हैगे, ते ओह बस मेहनत करदा रहे गोल्डन क्राउन यानी जित भी ਉਹਨੂੰ ਗਿਵ ਅਪ ਨਹੀਂ ਕਰਨਾ ਚਾਹੀਦਾ। ਸਕਸੈਸ ਇਜ਼ ਅ ਫੇਲਿਅਰ ਟਰਨਡ ਇਨਸਾਈਡ ਆਊਟ, ਵੀ ਉਹਨੂੰ ਨਹੀਂ ਪਤਾ ਸੀ ਕਿ ਇੰਨਾ ক্লোਜ਼ ਹੈਗਾ, ਇੰਨਾ ਕੋਲ ਹੈਗਾ ਉਹ ਜਿੱਤਣ ਦੇ, ਤੇ ਉਹਨੂੰ ਮਿਹਨਤ ਕਰਦੇ ਹੀ ਰਹਿਣਾ ਚਾਹੀਦਾ। ਅੱਗੇ the silver tint of the clouds of doubt and you never can tell just how close you are, it may be near when it seems afar। So stick to the fight when you are hardest hit, it's when things seem worst that you must not quit। किन्नी वधिया गल इत्थे दसी गई है भी तुहानू नहीं पता तुसी किन्ने कोल हैगे हो। कई बार इदां लगदा है जिवें तूफान आंदा है ना, ते ओहदे बाद तूफान आन तो बाद सिल्वर टिन कहण दा मतलब तूफान आन तो बाद तुसी देखदे होंगे सतरंगी पींग आंदी है, रेनबो आंदी है, ठीक है ना, मतलब यह सब तो तूफान जिहड़ा उहनूं कहा गया भी भयानक चीज़ है। जिवें जिंदगी दे विच मुश्किलां आंदियां ने उवें ही उस तो बाद वधिया चीज़ हुंदी है, उवें ही तूफान तो बाद एक रेनबो आंदा है जो जिंदगी दे हार्डशिप तो बाद तुसीं कह सकते हो एक वधिया सुकून देण दी चीज़ हैगी है। ते जद चीज़ां तुहाडे साइड ते नहीं हुंदियां, मुश्किल हो जांदियां ने, तुहानूं गिव अप नहीं करना, छड्डना नहीं है, हौसला लड़दे रहो क्योंकि जल्दी ही तुसी जित प्राप्त कर लोगे। ते फिर तुहानूं लगेगा भी हाय हाय ये तां बिल्कुल वर्थ सी, ये तां इस लायक सी भी मैनूं मेहनत छड्डनी नहीं चाहिदी, मैनूं ये करदे रहना चाहिदा, ठीक है। ते आपां ये कह सकदे हां भी पोएट ने इस पोएम दे विच ये दस्सिया भी इंसानां दी ना एक फितरत हुंदी है कि अपने कंफर्ट जोन दे विच ही वो काम करते रहते हैं, तो जब भी थोड़ी जी मुश्किल आती है या तो मैदान छड़ के भज जाते हैं या वो गिव अप कर देंगे भी ये साडे कोलों नहीं होना, क्विट कर देंगे। लेकिन जिहड़ी पोएम है वो ये दर्शाती है, ये सानू इंस्पायर करती है करन लई भी कदे भी छड्डो ना मैदान, कदे भी गिव अप ना करो, बेशक कितनी वड्डी तो वड्डी मुश्किल आ जाए। ये जिंदगी है ते जिंदगी विच तुहानू सरप्राइजेस मिलते हैं, जब खुशी मिलती है तब थोड़ी आपां छड्ड के भज जांदे। इहनू एक राइड के तरीके नाल लो, सवारी कर रहे हो कदे थल्ले कदे उत्ते, जिवें ऊंट दी सवारी करदे आ उत्ते थल्ले जिहड़ा बंदा
ਉਹ ਇਦਾਂ ਰਾਈਡ ਦੇ ਤਰੀਕੇ ਨਾਲ ਲਏਗਾ ਤਾਂ ਉਹ ਆਪਣੇ ਥੱਲੇ ਵਾਲੇ ਟਾਈਮ ਦੇ ਵਿੱਚ ਵੀ ਉੱਤੇ ਚੜ ਜਾਏਗਾ ਤੇ ਜਿੱਤ ਜਿਹੜੀ ਆ ਉਹ ਹਾਸਲ ਕਰ ਲੇਗਾ, ਵਿਕਟਰੀ ਦਾ ਕੱਪ ਜਿਹੜਾ ਉਹਦੇ ਹੱਥ ਹੋਏਗਾ। ਹਾਲਾਂਕਿ ਵਿਕਟਰੀ ਜਿਹੜੀ ਆ ਕਈ ਵਾਰ ਇਦਾਂ ਲੱਗਦਾ ਬਹੁਤ ਦੂਰ ਹੈਗੀ ਹੈ, ਪਰ ਜੇ ਤੁਸੀਂ ਮਿਹਨਤ ਕਰਦੇ ਰਹੋਗੇ ਤਾਂ ਉਹ ਤੁਹਾਡੇ ਹੱਥ ਆਏਗੀ। ਉਮੀਦ ਕਰਦੀ ਹਾਂ ਪੋਇਮ ਤੁਹਾਨੂੰ ਸਮਝ ਆ ਗਈ ਹੋਏਗੀ। ਇਹ ਲਿਖੀ ਹੈ ਐਡਗਰ ਏ ਗੈਸ ਨੇ। ਹੁਣ ਅੱਗੇ ਹੈਗਾ ਪੋਸਟ ਰੀਡਿੰਗ ਵੋਕੈਬੂਲਰੀ ਐਕਸਪੈਂਸ਼ਨ। Make a list of 5 pairs of rhyming words in the poem. Rhyming words यानी एक दूजे नाल ਜਿਹੜੇ ਰਾਈਮ ਕਰਦੇ ਨੇ, ਇੱਕੋ ਜੀ ਆਵਾਜ਼ ਲੱਗਦੀ ਹੈ, ਜਿਵੇਂ ਹਿਟ ਕੁਇਟ। ਠੀਕ ਹੈ, ਤੇ ਇਹਦਾ ਆਨਸਰ ਮੈਂ ਇੱਥੇ ਲਿਖਿਆ ਹੈ will hill, bit quit, turns learns, up cup, down crumb। ਜੇ ਕੁਝ ਹੋਰ ਵਰਡਸ ਹੈਗੇ ਨੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। आगे लर्निंग टू रीड एंड कॉम्प्रीहेंड। आंसर द फॉलोइंग क्वेश्चन। सवालों के जवाब देने ने। पहला, व्हाट इज द पोएम अबाउट। पोएम जी है कविता है किस बारे। द पोएम इज अबाउट द इंपॉर्टेंस ऑफ डिटर्मिनेशन एंड टेनेसिटी इन लाइफ। उन्हें नवा वर्ड मैं थानू दस्या। टेनेसिटी का वैसे मतलब हुंदा है जब तुसी हार्ड वर्क करते हो, मतलब लगातार तुसी करते रहंदे हो कोई काम, छड़ते नहीं हो, या आप कह सकते हैं दृढ़ता। डिटर्मिनेशन का दूजा वर्ड ही यह टेनेसिटी हुंदा है। ठीक है, होर वर्ड हुंदा है परसिस्टेंस, लगातार काम करते रहना। तो ये पोएम दसदी है भी एक तो दृढ़ता होनी बहुत जरूरी है ते नाल दी नाल टेनेसिटी भी, मैं यह काम छड़ना नहीं है जिन्नी मर्जी मुश्किल आ जाए। What is hard about going uphill? पहाड़ उत्ते चढ़न बारे मुश्किल गल औखी गल केड़ी है। The journey is full of difficulties, मतलब जेड़ी यात्रा हैगी मुश्किलां नाल भरी हुई है, पहाड़ उत्ते चढ़ना सौखा नहीं है। What is meant by funds are low? ਇਹਦਾ ਕੀ मतलब है फंड घट हैगे ने, ਇਹਦਾ मतलब nominal resources ਵੀ ਜਿਹੜੀ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਉਹ ਘਟ ਹੈਗੀਆਂ ਨੇ। What does the poet mean by twists and turns? ट्विस्ट ते टर्न्स तो की मतलब है कवि दा, ओदे तो भाव हैगा कि जिंदगी दे उतार चढ़ाव, अप्स एंड डाउन्स इन लाइफ। डू यू थिंक सडन ट्विस्ट एंड टर्न्स इन लाइफ कैन बी बेनिफिशियल टू अस? की थानू लगदा है जिंदगी दे विच जेड़े अचानक उतार चढ़ाव आंदे ने ओ साडे लई फायदेमंद हो सकदे ने? Yes, sudden twists and turns in life can be beneficial to us as failure has the seed of success in life। कहने का मतलब भी जे तुसी फेल करोगे उस तो बाद तुसी सक्सेस अपने आप गलती सीख के थानू आ जाएगा ना भी किवें फेल होने तो बाद सक्सीड करना है, अगे लंघना है। ते मैं यही दस्सिया भी असफलता दे विच ही सफलता दा बीज हुंदा है। Why does the poet say you have to sigh? पोएट जेडे हैगे ने क्यों कहंदे ने भी साह लंबा लेना पएगा थानू? The poet says so because sometimes इत्थे आएगा one faces failure when one is very close to success। ते कई बार इदा हुंदा है कि असी जब मंजिल दे बहुत कोले हुंदे हैं तां आपां नूं अक्सर फेलियर महसूस हुंदा है भी ये तां कुछ होना ही नहीं, आपां तां हार गए। What does another blow mean? Another blow दा की मतलब है? Another blow means very next effort that brings success। भी ओ अगला एफर्ट, ओ अगला कोशिश जो सानू सफलता वाल लेके जाती है। How often do you try to do something before you turn to do something else? तुसी मैनू आ दसो भी तुसी कितनी देर तक लगातार एक चीज करदे हो जब तक थोड़ा दिल नहीं भर जाता भी हुण मैं दूजा काम करना। देखो मैं दसा आई नेवर क्विट एंड गो ऑन मेकिंग एंडलेस एफर्ट्स फॉर सक्सेस। भी मैं कदे छड्डदी नहीं आ ते सफलता लई मैं बेअंत जेडे यतन हुंदे ने ओ करदी रहंदी हां। आगे read the stanza and answer the question। stanza है life is queer with its twists and turns as every one of us sometimes learns and many a failure turns about when he might have won had he stuck it out। what is life full of? जिंदगी किस नाल भरी हुई है? life is full of twists and turns, ओ मोड़ा दे नाल turns दे नाल भरी हुई है। What does every one of us sometimes learn? हर एक साडे विचों कदे ना कदे किसे ना किसे टाइम की सीखदा है? It is that failure changes its direction all at once and there is success। भी हो सकदा तुसी हर पासे कोशिश करके देख ली पर जिहड़ी असफलता है कि वो अपनी दिशा एक बार बदलदी है ते सफलता मिलदी। सिनोनिम एक वर्ड जिहड़ा स्ट्रेंज नू सिग्निफाई करदा है अजीब, वो हैगा क्वियर। आगे ए स्टैंजा दिता होया है and you never can tell just how close you are, it may be near when it seems afar,
So stick to the fight when you are hardest hit. It's when things seem worse that you must not quit. ਤੇ poet ਤੇ poem ਦਾ ਨਾਮ ਪੁੱਛਿਆ ਹੈ। poem ਦਾ ਨਾਮ ਇਹ ਹੈ, poet ਦਾ ਨਾਮ ਇਹ ਹੈ, ਐਡਗਰ ਏ ਗੈਸਟ। What do you understand by sticking to the fight when hardest hit? ਇੱਥੇ ਕਿਹਾ ਗਿਆ ਵੀ ਲੱਗੇ ਰਹੋ ਜਦ ਤੁਸੀਂ ਥੱਲੇ ਤੱਕ ਪਹੁੰਚ ਜਾਂਦੇ ਹੋ, ਉਹਦਾ ਮਤਲਬ ਕੀ ਹੈ? We must stick to the fight when everything seems to be going wrong. ਵੀ ਜੇਕਰ ਸਭ ਕੁਝ ਗਲਤ ਹੀ ਜਾਂਦਾ ਹੋਏ ਦਿਸ ਰਿਹਾ, ਫੇਰ ਵੀ ਤੁਸੀਂ ਲੱਗੇ ਰਹੋ। What should not be done when things seem worse? ਕੀ ਨਹੀਂ ਕਰਨਾ ਚਾਹੀਦਾ ਜਦ ਤੁਹਾਨੂੰ ਲੱਗ ਰਿਹਾ ਵੀ ਇਹ ਤਾਂ ਬਹੁਤ ਹੀ ਗੱਲਾਂ ਜਿਹੜੀਆਂ ਨੇ ਖਰਾਬ ਹੁੰਦੀਆਂ ਜਾ ਰਹੀਆਂ ਨੇ? We must not quit our fight or stop fighting. ਵੀ ਛੱਡਣਾ ਨਹੀਂ ਚਾਹੀਦਾ ਤੇ ਲੜਾਈ ਨਹੀਂ ਰੁਕਣੀ ਚਾਹੀਦੀ। ਹੁਣ ਲਰਨਿੰਗ ਲੈਂਗੁਏਜ ਕੰਪੈਰੀਟਿਵ ਤੇ ਸੁਪਰਲੇਟਿਵ ਡਿਗਰੀ ਬਾਰੇ ਗੱਲ ਕਰਾਂਗੇ। ਦੇਖੋ ਹੁਣ ਆਪਾਂ ਪੜ੍ਹ ਰਹੇ ਹਾਂ ਕੰਪੈਰੀਟਿਵ ਡਿਗਰੀ ਤੇ ਸੁਪਰਲੇਟਿਵ, ਜੋ ਆਪਾਂ ਪੜ੍ਹ ਚੁੱਕੇ ਹਾਂ। ਤੁਹਾਨੂੰ ਅਕਸਰ ਪਤਾ ਹੋਏਗਾ ਵੀ ਜਦ ਦੋ ਚੀਜ਼ਾਂ ਦੇ ਵਿੱਚ ਤੁਲਨਾ ਕਰਨੀ ਹੁੰਦੀ ਹੈ ਆਪਾਂ, ਠੀਕ ਹੈ, ਤਾਂ ਆਪਾਂ ਕੰਪੈਰੀਟਿਵ ਯੂਜ਼ ਕਰਦੇ ਹਾਂ। ਜੇ ਆਪਾਂ ਦੋ ਤੋਂ ਵੱਧ ਕੋਈ ਚੀਜ਼ਾਂ ਹੈਗੀਆਂ ਨੇ ਤਾਂ ਆਪਾਂ ਸੁਪਰਲੇਟਿਵ ਡਿਗਰੀ ਯੂਜ਼ ਕਰਦੇ ਹਾਂ। ਇਹ ਐਡਜੈਕਟਿਵਸ ਦੇ ਵਿੱਚ ਹੁੰਦੀ ਹੈ। ਐਡਜੈਕਟਿਵਸ ਮੈਂ ਤੁਹਾਨੂੰ ਸਮਝਾ ਚੁੱਕੀ ਹਾਂ ਕੀ ਹੁੰਦੇ ਨੇ। ਉਹ ਅਜਿਹੇ ਸ਼ਬਦ ਹੁੰਦੇ ਨੇ ਜਿਹੜੇ ਕੁਆਲੀਫਾਈ ਕਰਦੇ ਆ ਨਾउन ਔਰ ਪ੍ਰੋਨਾउन, ਹੋਰ ਇਨਫੋਰਮੇਸ਼ਨ ਦਿੰਦੇ ਆ ਨਾउन ਜਾਂ ਪ੍ਰੋਨਾउन ਬਾਰੇ। ਜਿਵੇਂ ਇੱਕ ਸਿੰਪਲ ਜਿਹਾ ਐਗਜ਼ਾਮਪਲ ਦਵਾਂ, ਟੌਲ ਲੰਬਾ, ਇੱਕ ਬੰਦੇ ਦੀ ਗੱਲ ਹੋ ਰਹੀ ਹੈ ਟੌਲ ਕਹੋਗੇ। ਉਸ ਤੋਂ ਬਾਅਦ ਦੋ ਬੰਦਿਆਂ ਦੀ ਗੱਲ ਹੋ ਰਹੀ ਹੈ, ਤੁਸੀਂ ਕਹੋਗੇ ਉਹ ਬੰਦਾ ਉਹਦੇ ਨਾਲੋਂ ਟੌਲਰ ਹੈ, ਲੰਬਾ ਹੈ। ਫਿਰ ਟੌਲੈਸਟ। ਜੇ ਦੋ ਤੋਂ ਵੱਧ ਦੀ ਗੱਲ ਹੋ ਰਹੀ ਹੈ ਤਾਂ ਤੁਸੀਂ ਕੀ ਕਹੋਗੇ? ਟੌਲੈਸਟ, ਉਹ ਸਾਰਿਆਂ ਤੋਂ ਲੰਬਾ। ਜਿਵੇਂ ਇੱਥੇ ਕਿਹਾ ਗਿਆ adjective adds something to the meaning of noun or pronoun. noun ਜਾਂ pronoun ਨੂੰ ਹੋਰ ਇਨਫੋਰਮੇਸ਼ਨ ਦਿੰਦਾ ਉਹਦੇ ਬਾਰੇ। ਜਿਵੇਂ a black horse, horse ਕਿਹੋ ਜਿਹਾ ਸੀ? black. some honey, honey ਕਿੰਨਾ ਸੀ? ਥੋੜਾ ਜਿਹਾ। 30 books, this noble man, a clever boy, boy ਕਿਹੋ ਜਿਹਾ ਸੀ? clever, ਠੀਕ ਹੈ। ਤੇ ਯਾਦ ਰੱਖਿਓ ਜ਼ਿਆਦਾਤਰ ਐਡਜੈਕਟਿਵਸ ਜਿਹੜੇ ਹੁੰਦੇ ਨੇ, ਜਿਹੜੇ ਸ਼ਬਦ ਹੁੰਦੇ ਨੇ, ਉਹਨਾਂ ਵਿੱਚ ਜਦ ਕੰਪੈਰੀਟਿਵ ਡਿਗਰੀ ਦੀ ਗੱਲ ਹੁੰਦੀ ਹੈ ਉਹਦੇ ਵਿੱਚ ਪਿੱਛੇ ER ਆ ਜਾਂਦਾ ਹੈ ਵਰਡਸ ਦੇ, ਤੇ ਸੁਪਰਲੇਟਿਵ ਦੇ ਵਿੱਚ ਅਕਸਰ, ਮੈਂ ਨਹੀਂ ਕਹਿ ਰਹੀ ਹਮੇਸ਼ਾ, EST ਆ ਜਾਂਦਾ। ਜਿਵੇਂ ਇੱਥੇ ਗੱਲ ਕੀਤੀ ਟੌਲ, ਇਹ ਕੰਪੈਰੀਟਿਵ ਹੈ, ਦੋ ਦੀ ਤੁਲਨਾ ਹੋ ਰਹੀ ਹੈ, ਟੌਲਰ ਬਣ ਗਿਆ। ਤਿੰਨ ਦੀ ਦੋ ਜਾਂ ਦੋ ਤੋਂ ਜ਼ਿਆਦਾ ਹੁੰਦੇ ਨੇ ਤਾਂ ਪਿੱਛੇ ਇਸ ਵਰਡ ਦੇ EST ਲੱਗ ਜਾਂਦਾ। ਜਿਵੇਂ ਸਭ ਤੋਂ ਪਹਿਲੀ ਡਿਗਰੀ ਪੋਜ਼ਿਟਿਵ, ਕੰਪੈਰੀਟਿਵ, ਸੁਪਰਲੇਟਿਵ। ਇਹ ਦੋ ਦੀ ਤੁਲਨਾ ਕਰਨੀ ਹੋਏ, ਇਹ ਦੋ ਤੋਂ ਜ਼ਿਆਦਾ ਦੀ ਤੁਲਨਾ ਕਰਨੀ ਹੋਏ। ਜਿਵੇਂ ਨੋਬਲ, ਠੀਕ ਹੈ, ਦੋ ਆ ਜਾਣ ਤਾਂ ਨੋਬਲਰ, ਤੇ ਇੱਥੇ ਨੋਬਲੈਸ। ਨੋਬਲ ਦਾ ਮਤਲਬ ਹੁੰਦਾ ਨੇਕ। ਨੀਅਰ ਨੇੜੇ, ਨੀਅਰਰ ਨੀਅਰੈਸਟ। ਏਬਲ ਯੋਗ ਹੋਣਾ ਕਿਸੇ ਚੀਜ਼ ਤੇ, ਏਬਲਰ ਏਬਲੈਸਟ। ਸੇਨ समझदार, सेनर सेनेस्ट। क्लीन साफ, क्लीनर क्लीनेस्ट। डियर प्यारा, डियरर डियरेस्ट। ब्राइट गूढ़ा, ब्राइटर ब्राइटेस्ट। बोल्ड, बोल्ड ਨੂੰ ਆਪਾਂ ਕਹਿ ਸਕਦੇ ਹਾਂ ਜੋ ਸਟਰੋਂਗ ਹੋਏ, ਉਹ ਵੀ ਬੋਲਡ ਹੁੰਦਾ ਹੈ ਵੈਸੇ, ਠੀਕ ਹੈ। बोल्डर बोल्डेस्ट। क्लेवर चलाक, क्लेवरर क्लेवरेस्ट। शॉर्ट शॉर्टर शॉर्टेस्ट। डीप डूंगा, डीपर डीपेस्ट। टॉल लंबा, टॉलर टॉलेस्ट। फ्यू थोड़ा, थोड़े, फ्यूअर फ्यूएस्ट। फास्ट तेज, फास्टर फास्टेस्ट। ग्रेट वधिया, ग्रेटर ग्रेटेस्ट। हार्ड हार्डर हार्डेस्ट। हाई हायर हाईएस्ट। कीन जब ਤੁਸੀਂ ਕਿਸੇ ਚੀਜ਼ ਲਈ ਉਤਸੁਕ ਹੁੰਦੇ ਹੋ, ਕੀਨਰ ਕੀਨੈਸਟ। ਇਹ ਸਾਰੇ ਵਰਡਸ ਯਾਦ ਕਰ ਲਓਗੇ। ਉਵੇਂ ਹੀ ਕਾਈਂਡ, ਜਿਹਨੂੰ ਆਪਾਂ ਕਹਿੰਦੇ ਆ ਬਹੁਤ ਜ਼ਿਆਦਾ ਦਿਆਲੂ ਟਾਈਪ। ਕਾइंडर काइंडेस्ट। लाइट हल्का, लाइटर लाइटेस्ट। स्ट्रॉन्ग ताकतवर, स्ट्रॉन्गर स्ट्रॉन्गेस्ट। वीक कमजोर, वीकर वीकेस्ट। पुअर पुअरर पुअरेस्ट। रेयर जो बहुत घट हुंदा है, रेयरर रेयरेस्ट। प्योर शुद्ध, प्योरर प्योरेस्ट। रिच अमीर, रिचर रिचेस्ट। सेफ सुरक्षित, सेफर सेफेस्ट। स्वीट स्वीटर स्वीटेस्ट। पर कुछ अजिहे एडजेक्टिव्स ਹੁੰਦੇ ਨੇ ਜਿਹਦੇ ਪਿੱਛੇ, ਜਿਵੇਂ ਬਿਊਟੀਫੁਲ ਹੈ, ਉਹ ਬਿਊਟੀਫੁਲਰ ਬਿਊਟੀਫੁਲੈਸ ਨਹੀਂ ਹੁੰਦਾ। ਕੰਪੈਰੀਟਿਵ ਡਿਗਰੀ ਦੇ ਵਿੱਚ ਉਹਨਾਂ ਅੱਗੇ ਮੋਰ ਲੱਗ ਜਾਂਦਾ ਹੈ, ਸੁਪਰਲੇਟਿਵ ਦੇ ਵਿੱਚ ਮੋਸਟ ਲੱਗ ਜਾਂਦਾ ਹੈ। ਜਿਵੇਂ ਬਿਊਟੀਫੁਲ ਦੀ ਗੱਲ ਕੀਤੀ ਜਾਏ, ਦੋ ਬੰਦਿਆਂ ਦੀ ਤੁਲਨਾ ਹੋਏ, ਤੁਸੀਂ ਇਹ ਨਹੀਂ ਕਹੋਗੇ ਉਹ ਜ਼ਿਆਦਾ ਬਿਊਟੀਫੁਲਰ ਹੈ, ਉਹ ਸਭ ਤੋਂ ਜ਼ਿਆਦਾ ਬਿਊਟੀਫੁਲੈਸਟ ਹੈ, ਨਹੀਂ। ਬਿਊਟੀਫੁਲ यानी सुंदर। कंपैरेटिव दो की तुलना हो रही है, मोर ब्यूटीफुल, मोस्ट ब्यूटीफुल। courageous, दलेर, more courageous, most courageous। brilliant, होशियार, more brilliant, most brilliant। capable, समर्थ, more capable, most capable। difficult, मुश्किल, more difficult, most difficult। wonderful,
शानदार, मोर वंडरफुल, मोस्ट वंडरफुल, टेबल याद करना जरूरी है। इंटरेस्टिंग, दिलचस्प, मोर इंटरेस्टिंग, मोस्ट इंटरेस्टिंग। इग्नोरेंट, अनजान, मोर इग्नोरेंट, मोस्ट इग्नोरेंट। डेलिजेंट, मेहनती, मोर डेलिजेंट, मोस्ट डेलिजेंट। ठीक है, उवें ही इत्थे भी कुछ वर्ड्स ਜਿਹੜੇ FUL ਦੇ ਵਿੱਚ ਐਂਡ ਕਰਦੇ ਨੇ, ਜਿਨ੍ਹਾਂ ਪਿੱਛੇ ER ਆਂਦਾ ਹੈ, ਜਿਵੇਂ ਇਹ FUL ਇੱਥੇ, ਜਾਂ VE ਆਂਦਾ ਹੈ। ਠੀਕ ਹੈ, ਉਹਨਾਂ ਅੱਗੇ ਵੀ ਮੋਰ ਜਾਂ ਮੋਸਟ ਹੀ ਲਾਉਂਦੇ हैं। ਜਿਵੇਂ ਆਪਾਂ ਗੱਲ ਕਰੀਏ ਐਕਟਿਵ, ਪਿੱਛੇ VE ਆ ਰਿਹਾ, ਐਕਟਿਵ यानी जो तेज होए, मोर एक्टिव, मोस्ट एक्टिव। डाउटफुल, थोड़ा जिहा जिहदे विच तुहानूं शक होए, मोर डाउटफुल, मोस्ट डाउटफुल। केयरफुल, सावधान, मोर केयरफुल, मोस्ट केयरफुल। हार्मफुल, नुकसानदेही, मोर हार्मफुल, मोस्ट हार्मफुल। प्रॉपर, सही, मोर प्रॉपर, मोस्ट प्रॉपर। ऑब्सक्योर, ऑब्सक्योर का मतलब होंदा है जो सही तरीके नाल नहीं पता, अस्पष्ट कह सकते हो, मोर ऑब्सक्योर, मोस्ट ऑब्सक्योर। सिक्योर, सुरक्षित, मोर सिक्योर, मोस्ट सिक्योर। ठीक है, उवें ही जेडे वर्ड्स दे पिछे वाई आंदा है, LY आंदा है, उन्हां नूं किवें कंपैरेटिव ते सुपरलेटिव डिग्री दे विच लेके जांदे आ। वाई हटा के कंपैरेटिव डिग्री दे विच आपां IER लगा दिंदे आ ते सुपरलेटिव डिग्री दे विच EST ला दिंदे आ। ठीक है, ये याद रखियो, जेडे वर्ड्स वाई दे विच एंड हो रहे हुंदे आ, उन्हां विच कंपैरेटिव डिग्री दे विच आपां ला दिंदे आ IER ते सुपरलेटिव दे विच EST। जिवें प्रिटी, सोहना, pretty or prettiest। happy, खुश, happier, happiest। heavy, भारी, heavier, heaviest। easy, सौखा, easier, easiest। jolly, खुश, jollier, jolliest। busy, व्यस्त, busier, busiest। holy यानी पवित्र, holier, holiest। उवें ही इत्थे एक होर केस दस्सिया होया, when a consonant comes after a short vowel sound, थोड़ी जी vowel sound हुंदी है। vowel sound यानी A, E, I, O, U दी जिहड़ी आवाज हुंदी है, जद उदों बाद एक कॉन्सोनेंट आंदा है, यानी कोई होर वर्ड्स इन्हां पंज नूं छड्ड के, तां ओ वर्ड जिहड़ा हुंदा है ओ डबल कर लैंदा है। जिवें टी हैगा, ओ दी आवाज आई, फिर टी आ गया, तां ए टी दो बार आ जांदा है कंपैरेटिव दे विच, ते पिछे ER लग जांदा है। सुपरलेटिव दे विच भी अखीरला वर्ड दो बार आ जांदा है ते पिछे EST लग जांदा है। जिवें बिग, बिगर दे विच डबल जी आ गया, बिगर ते बिगेस्ट। उवें हॉट, ये हो गया हॉटर ते हॉटेस्ट। देखो टी ते जी ए कॉन्सोनेंट हैगे ने, इन्हां पिछे एक वोवल सी, बी ई दी आवाज सी। ठीक है, फिर जी दी, उवे करके याद रखना है। उवे फैट, फैटर, फैटेस्ट, ये जेड़ा अखीरला वर्ड है दो बार आएगा। देखो इत्थे भी सैड, सैडर, सैडेस्ट। वेट, वेटर, वेटेस्ट। थिन, थिनर, थिनेस्ट। रेड, रेडर, रेडेस्ट। मैड, मैडर, मैडेस्ट। उस तो बाद कुछ अजिहे एडजेक्टिव्स हुंदे ने जेड़े पिछे ER भी नहीं लंदे, EST भी नहीं लंदे, पर पूरे दे पूरे चेंज हो जाते हैं। ये टेबल याद करना बहुत जरूरी है। जिवें बैड, बुरा, वर्स ते फिर वर्स्ट हो जाता है, सब तो माड़ा। बैड, बैडर, बैडेस्ट नहीं होता। फार, दूर, फारदर, फारदेस्ट। गुड, बेटर, बेस्ट, ये बहुत जरूरी है। लेट, लेटर या लास्ट, इदा कह सकते हैं। लिटल, लेस, लीस्ट, बहुत जरूरी है। लो, लोअर, लोएस्ट। मच, मोर, मोस्ट, बहुत जरूरी है। ओल्ड, ओल्डर, ओल्डेस्ट, या ओल्ड दा तुसी लिख सकते हो एल्डर, एल्डेस्ट। अप, अपर, अपर मोस्ट भी कह सकते हो, अप मोस्ट भी कह सकते हो, कोई गल नहीं। हुण इत्थे ही कहा भी कंपैरेटिव डिग्री शुड बी यूज्ड ओनली व्हेन देयर इज सम कंपैरिजन, जब तुलना हो रही है दो दे विच। दिस बुक इज बेटर दैन दी अदर, दो दे विच तुलना हो रही है, ये ओदे तो बेहतर हैगी है। कंपैरेटिव्स एंडिंग इन OR या ER, जिन्हां पिछे कंपैरेटिव्स दे विच OR या ER आ जाता है, R फॉलोड बाय उन्हां पिछे टू लगता है। जिवें आई एम सीनियर, OR आ रहा है पिछे टू हिम। ठीक है, ही प्रेफर्स हेल्थ टू वेल्थ, वो हेल्थ नूं ज्यादा प्रेफर करता है वेल्थ दे ऊपर। उवें ही यूज ऑफ डबल कंपैरेटिव्स एंड सुपरलेटिव्स शुड बी अवॉइडेड। डबल दो बार कंपैरेटिव नहीं यूज करना चाहिए। जिवें एबलर यूज करता, ओदे अगे तुसी ये नहीं कहोगे मोर एबलर, एक यूज करो। या तो एबलर यूज करता, देखो एबल दा एबलर, एबलेस सी, ते तुसी मोर एबलर नहीं कहोगे, फिर तुसी कंपेयर करता, मोर लिखन की लोड़ ही नहीं है। सही की होएगा, ही इज एबलर दैन हिज ब्रदर, वो अपने ब्रदर नालों ज्यादा काबिल है।
ਹੁਣ ਇੱਥੇ ਸਾਨੂੰ ਕਿਹਾ ਬਲੈਂਕਸ ਭਰਨੇ ਨੇ ਐਪਰੋਪ੍ਰੀਏਟ ਡਿਗਰੀ ਆਫ ਐਡਜੈਕਟਿਵਸ ਯਾਨੀ ਕੰਪੈਰੀਟਿਵ ਜਾਂ ਸੁਪਰਲੇਟਿਵ ਦੇ ਨਾਲ ਵਿਸ਼ੇਸ਼ਣ ਦੇ ਆਪਾਂ ਪੜਨਾ। ਇੱਕ ਬੰਦੇ ਦੀ ਗੱਲ ਹੋ ਰਹੀ ਹੈ, ਪਹਿਲੀ ਡਿਗਰੀ ਆਏਗੀ he is a tall student, ਇੱਕ ਬੰਦੇ ਦੀ ਗੱਲ ਹੋ ਰਹੀ ਹੈ। the Taj Mahal is a beautiful building, ਸਿਰਫ ਤਾਜ ਮਹਿਲ ਦੀ ਗੱਲ ਹੋ ਰਹੀ ਹੈ। my table is the biggest of all, ਸਾਰਿਆਂ ਵਿੱਚੋਂ ਦੋ ਤੋਂ ਜ਼ਿਆਦਾ ਦੀ ਗੱਲ ਹੋ ਰਹੀ ਹੈ ਤਾਂ ਇਸੇ ਕਰਕੇ ਮੈਂ biggest ਲਿਖਿਆ। her sweatshirt is softer than her jeans, ਦੋ ਦੀ ਤੁਲਨਾ ਹੋ ਰਹੀ ਹੈ sweatshirt ਤੇ jeans ਦੀ ਤੇ softer ਆ ਗਿਆ। Tina's hair is longer than Lina's hair, ਦੋ ਦੀ ਤੁਲਨਾ ਹੋ ਰਹੀ ਹੈ ਟੀਨਾ ਤੇ ਲੀਨਾ ਦੇ ਬਾਲਾਂ ਦੀ, longer ਆ ਗਿਆ। Soumya is funnier than Vijaya, ਦੋ ਦੀ ਤੁਲਨਾ ਹੋ ਰਹੀ ਹੈ funnier, funniest ਨਹੀਂ, ਦੋ ਦੀ ਤੁਲਨਾ ਹੋ ਰਹੀ ਹੈ। Haridwar is one of the dash place for Hindus, ਜਿੰਨੀਆਂ ਥਾਵਾਂ ਨੇ ਹਿੰਦੂਆਂ ਲਈ ਉਹਨਾਂ ਵਿੱਚੋਂ ਸਭ ਤੋਂ holiest ਮਤਲਬ ਪਵਿੱਤਰ ਥਾਂ ਹੈਗੀ। Gold is more expensive than silver, ਜ਼ਿਆਦਾ ਮਹਿੰਗਾ ਹੈਗਾ, ਦੋ ਦੀ ਤੁਲਨਾ ਹੋ ਰਹੀ ਹੈ ਨਾ, ਮੋਰ ਲਿਖਿਆ ਮੋਸਟ ਦੀ। ਰਵਿੰਦਰ ਇਜ਼ ਸਮਾਰਟਰ, ਦੋ ਦੀ ਤੁਲਨਾ ਹੋ ਰਹੀ ਹੈ ਦੈਨ ਪਾਰਲ। ਦਿਸ ਇਜ਼ ਦ ਗੁੱਡ, ਬੈਟਰ ਤੇ ਫਿਰ ਲਾਸਟ ਹੁੰਦਾ ਹੈ ਬੈਸਟ। ਦਿਸ ਇਜ਼ ਦ ਬੈਸਟ ਬੁੱਕ ਆਈ ਹੈਵ ਐਵਰ ਰੈਡ, ਯਾਨੀ ਦੋ ਤੋਂ ਜ਼ਿਆਦਾ ਦੀ ਗੱਲ ਹੋ ਰਹੀ, ਜਿੰਨੀਆਂ ਵੀ ਕਿਤਾਬਾਂ ਪੜ੍ਹੀਆਂ ਉਹਨਾਂ ਵਿੱਚੋਂ ਬੈਸਟ। ਉਵੇਂ ਹੀ ਮੇਕ ਕੰਪੈਰੀਟਿਵ ਫਾਰਮਸ ਆਫ ਦ ਵਰਡਸ ਗਿਵਨ ਇਨ ਦ ਬ੍ਰੈਕਟਸ ਬਾਈ ਐਡਿੰਗ ER ਜਾਂ more, ਇੱਥੇ ਕੰਪੈਰੀਟਿਵ ਲਿਖਣਾ ਪਰ ਪਿੱਛੇ ਜਾਂ ਤਾਂ ER ਲੱਗੇਗਾ ਜਾਂ ਉਹਨਾਂ ਅੱਗੇ more ਲੱਗੇਗਾ। ਕੰਪੈਰੀਟਿਵ ਵਿੱਚ more ਲੱਗਦਾ ਹੈ ਨਾ। cats are more affectionate than goats, ਦੋ ਦੀ ਤੁਲਨਾ ਹੋ ਰਹੀ ਹੈ more ਆ ਜਾਏਗਾ। Sheena is older than Gagan, ਦੋ ਦੀ ਤੁਲਨਾ ਹੋ ਰਹੀ ਹੈ older ਆ ਜਾਏਗਾ। China is larger than Poland, ਦੋ ਦੀ ਤੁਲਨਾ ਹੋ ਰਹੀ ਹੈ। my Hindi class is more boring than my maths class, ਉਹ maths ਦੀ class ਤੋਂ ਵੀ boring ਹੈ। In the UK, the streets are generally narrower than in US. UK ਤੇ US ਦੀ ਗੱਲ ਹੋ ਰਹੀ ਹੈ, narrower ਆ ਜਾਏਗਾ ER। Delhi is busier than Chandigarh. Jyoti is quieter than her sister, ਜੋਤੀ ਤੇ ਉਹਦੀ ਭੈਣ ਦੀ ਗੱਲ ਹੋ ਰਹੀ ਹੈ। Kiran is more ambitious than her brother, ਉਹਦੀ ਤੇ ਉਹਦੇ ਭਰਾ ਦੀ ਗੱਲ ਹੋ ਰਹੀ ਹੈ। My garden is a lot more colorful than this park, ਮੇਰਾ garden ਤੇ park, ਮੇਰਾ garden ਜ਼ਿਆਦਾ ਰੰਗ ਬਿਰੰਗਾ ਹੈ। My house is a bit more comfortable than the hotel, ਘਰ ਤੇ ਹੋਟਲ ਦੀ ਗੱਲ ਹੋ ਰਹੀ ਹੈ ਤੇ ਮੇਰਾ ਘਰ ਜ਼ਿਆਦਾ ਆਰਾਮਦੇਹ ਹੈ। ਉਵੇਂ ਹੀ listen carefully to your teacher telling you about an unsinkable ship and fill in the gaps provided, ਤੁਹਾਡੇ ਟੀਚਰ ਤੁਹਾਨੂੰ ਇੱਕ ਕਸ਼ਤੀ ਦੀ ਗੱਲ ਦੱਸਣਗੇ ਜਾਂ ਸਮੁੰਦਰ ਵਿੱਚ ਜਾਣ ਵਾਲੀ ਇੱਕ ਜਹਾਜ਼ ਦੀ ਗੱਲ ਦੱਸਣਗੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਇੱਥੇ ਗੈਪਸ ਜਿਹੜੇ ਨੇ ਉਹ ਭਰਨੇ ਨੇ। ਪੜ੍ਹਦੇ ਹਾਂ ਦ ਟਾਈਟੈਨਿਕ, ਬੁੱਕ ਦੇ ਅਖੀਰ ਵਿੱਚ ਦਿੱਤਾ ਹੋਇਆ। The Titanic was a British passenger ship that sank to the bottom of the ocean during its first voyage. ਟਾਈਟੈਨਿਕ ਇੱਕ ਬ੍ਰਿਟਿਸ਼ ਯਾਤਰੀ ਜਹਾਜ਼ ਸੀ ਜੋ ਕਿ ਆਪਣੀ ਪਹਿਲੀ ਵੋਇਜ ਯਾਨੀ ਯਾਤਰਾ ਦੌਰਾਨ ਸਮੁੰਦਰ ਦੇ ਹੇਠਾਂ ਡੁੱਬ ਗਿਆ ਸੀ। The ship was constructed during the 1900s by a transportation company known as White Star. ਜਹਾਜ਼ ਨੂੰ ਜਾਂ ਜਹਾਜ਼ ਦਾ ਨਿਰਮਾਣ 1900 ਦੇ ਵਿੱਚ ਜਾਂ 1900 ਦੇ ਦਹਾਕੇ ਦੌਰਾਨ ਵਾਈਟ ਸਟਾਰ ਵਜੋਂ ਇੱਕ ਜਾਣੀ ਮਾਣੀ ਜਿਹੜੀ ਕੰਪਨੀ ਹੈਗੀ ਹੈ ਆਵਾਜਾਈ ਦੀ, ਉਹਦੇ ਦੁਆਰਾ ਤਿਆਰ ਕੀਤਾ ਗਿਆ ਸੀ। With this, they wanted to introduce a new set of luxury passenger ships that would transport wealthy people across the Atlantic Ocean. ਤੇ ਇਹ ਜਹਾਜ਼ ਇਸ ਕਰਕੇ ਲੈ ਕੇ ਆਏ ਸੀ ਤਾਂ ਕਿ ਉਹ ਦੱਸ ਸਕਣ ਵੀ ਜਿਹੜੇ ਅਮੀਰ ਲੋਕ ਹੈਗੇ ਨੇ ਉਹ ਯਾਤਰਾ ਕਰ ਸਕਣ, ਉਹਨਾਂ ਕਰਕੇ ਇਹ ਜਹਾਜ਼ ਲੈ ਕੇ ਆਏ ਸੀ ਵੀ ਅਮੀਰਾਂ ਜਿਹੜੇ ਹੈਗੇ ਨੇ ਉਹ ਜਹਾਜ਼ ਵਿੱਚ ਜਾ ਸਕਣ ਅਕ੍ਰੋਸ ਦੀ ਐਟਲਾਂਟਿਕ ਓਸ਼ਨ। ਹੁਣ ਇਹ ਜਿਹੜਾ ਐਟਲਾਂਟਿਕ ਓਸ਼ਨ ਹੈਗਾ ਕਿ ਤੁਸੀਂ ਪੜ੍ਹਿਆ ਵੀ ਉਹ ਕਿੱਥੇ ਹੈਗਾ? ਦੇਖੋ ਐਟਲਾਂਟਿਕ ਓਸ਼ਨ ਜੇ ਤੁਹਾਨੂੰ ਮੈਪ ਪਤਾ ਹੁੰਦਾ ਤਾਂ ਇੱਥੇ ਜੇ ਆਪਾਂ ਕਹਿ ਸਕਦੇ ਹਾਂ USA ਹੈ ਤੇ ਇਸ ਪਾਸੇ ਯੂਰਪ ਹੈ, ਠੀਕ ਹੈ, ਇੱਥੇ ਅਫਰੀਕਾ ਪੈ ਜਾਂਦਾ ਹੈ, ਵਿੱਚ ਵਾਲਾ ਜਿਹੜਾ ਓਸ਼ਨ ਉਹਨੂੰ ਐਟਲਾਂਟਿਕ ਓਸ਼ਨ ਕਹਿੰਦੇ, ਯਾਦ ਰੱਖਿਓ ਵੀ ਲੋਕ ਜਿਹੜੇ ਨੇ ਅਮੀਰ ਇੱਥੋਂ ਇੱਥੇ ਜਾ ਸਕਣ ਉਹ ਪਾਰ ਕਰਨ ਲਈ ਇਹ ਜਹਾਜ਼ ਲੈ ਕੇ ਆਏ ਸੀ। ਵਾਈਟ ਸਟਾਰ ਫਿਨਿਸ਼ਡ ਬਿਲਡਿੰਗ ਦ ਟਾਈਟੈਨਿਕ ਇਨ 1911, ਵਾਈਟ ਸਟਾਰ ਨੇ 1911 ਵਿੱਚ ਟਾਈਟੈਨਿਕ ਦੇ ਨਿਰਮਾਣ ਨੂੰ ਪੂਰਾ ਕੀਤਾ ਸੀ। At that time it was the biggest ship that had even been built. ਉਸ ਸਮੇਂ ਦੇ ਵਿੱਚ ਹੋਂਦ ਵਿੱਚ ਆਉਣ ਵਾਲੀ ਸਭ ਤੋਂ ਇੱਕ ਆਪਾਂ ਕਹਿ ਸਕਦੇ ਹਾਂ ਵੱਡਾ ਜਹਾਜ਼ ਸੀ।
The Titanic was designed with safety compartments that could fill up with water if any issues occurred. ਤੇ ਟਾਈਟੈਨਿਕ ਦੇ ਵਿੱਚ ਸੁਰੱਖਿਆ ਦੇ ਕੰਪਾਰਟਮੈਂਟ ਕਮਰੇ ਵੀ ਬਣਾਏ ਗਏ ਸੀ ਤਾਂ ਕਿ ਜੇ ਪਾਣੀ ਉੱਤੇ ਵੱਧ ਵੀ ਜਾਂਦਾ ਉਸ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ, ਸੋਲਵ ਹੋ ਸਕੇ. For this reason, many people believe that the Titanic was unsinkable. ਇਸ ਕਰਕੇ ਲੋਕਾਂ ਨੂੰ ਲੱਗਿਆ ਵੀ ਪਾਣੀ ਅੰਦਰ ਆ ਜਾਏਗਾ, ਮੈਨੇਜ ਹੋ ਜਾਏਗਾ, ਉਹਦਾ ਨਿਕਾਸ ਦਾ ਇੱਕ ਤਰੀਕਾ ਲੱਭਿਆ ਹੋਇਆ ਵੀ ਇਹ ਸਿੰਕ ਨਹੀਂ ਹੋ ਸਕਦਾ. ਕਹਿਣ ਦਾ ਮਤਲਬ ਇਹ ਡੁੱਬਣ ਯੋਗ ਨਹੀਂ ਹੈ. In April 1912, the Titanic began its trip from England. 1912 ਵਿੱਚ ਇੰਗਲੈਂਡ ਇੱਥੋਂ ਉਹਨੇ ਆਪਣਾ ਟ੍ਰਿਪ ਸ਼ੁਰੂ ਕੀਤਾ ਟੂ ਦ ਯੂਨਾਈਟਿਡ ਸਟੇਟਸ. ਇੱਥੇ ਜਾਣਾ ਸੀ. Carrying over 2000 ਪੈਸੇਂਜਰਸ ਤੋਂ ਵੀ ਵੱਧ ਸੀਗੇ ਯਾਤਰੀ. While at sea, the ship collided with an iceberg and began to overflow. ਹੁਣ ਇੱਥੇ ਰਸਤੇ ਦੇ ਵਿੱਚ ਜਾਂਦੇ ਜਾਂਦੇ ਇੱਕ ਵੱਡਾ ਜਿਹਾ ਆਪਾਂ ਕਹਿ ਸਕਦੇ ਹਾਂ ਬਰਫ਼ ਦਾ ਜਿਹੜਾ ਪਹਾੜ ਸੀ ਉਹ ਉਹਦੇ ਨਾਲ ਟਕਰਾ ਗਈ ਸੀ. ਠੀਕ ਹੈ, ਆਈਸਬਰਗ ਦੇ ਨਾਲ, ਤੇ ਉੱਥੋਂ ਉਹਨੇ ਡੁੱਬਣਾ ਸ਼ੁਰੂ ਕਰਤਾ ਸੀ, ਓਵਰਫਲੋ ਹੋਣੀ ਸ਼ੁਰੂ ਹੋ ਗਈ ਸੀ. The passengers and the crew evacuated the ship, but there were not enough boats to save everyone. ਹੁਣ ਜਿਹੜਾ ਕ੍ਰਿਊ ਸੀ, ਜਿਹੜੇ ਸ਼ਿਪ ਦੇ ਵਿੱਚ ਕੰਮ ਕਰਦੇ ਸੀ, ਜਿਹੜੇ ਲੋਕ ਸੀਗੇ, ਉਹ ਕੱਢੇ ਕਿਵੇਂ ਜਾਣੇ ਸੀ ਜਦ ਸ਼ਿਪ ਡੁੱਬ ਰਹੀ ਸੀ. ਬੋਟਸ ਜਿਹੜੀਆਂ ਪਈਆਂ ਹੁੰਦੀਆਂ ਸ਼ਿਪ ਦੇ ਵਿੱਚ, ਪਰ ਇੰਨੀਆਂ ਬੋਟ ਸੀਗੀਆਂ ਹੀ ਨਹੀਂ ਕਿ ਸਾਰੇ ਦੇ ਸਾਰੇ ਯਾਤਰੀ ਬਾਹਰ ਕੱਢ ਕੇ ਸੇਫ ਸੁਰੱਖਿਅਤ ਪਹੁੰਚਾਏ ਜਾ ਸਕਣ. Out of 2000 passengers, only 705 survived. 705 ਹੀ ਬਚੇ 2000 ਵਿੱਚੋਂ. The sinking of the Titanic is one of the greatest tragedies of the 20th century. ਵੀਹਵੀਂ ਸਦੀ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਇੱਕ ਆਪਾਂ ਕਹਿ ਸਕਦੇ ਹਾਂ ਘਟਨਾ ਜਿਹੜੀ ਹੋਈ ਸੀ ਉਹਦੇ ਵਿੱਚ ਟਾਈਟੈਨਿਕ ਵੀ ਸ਼ਾਮਲ ਸੀ. ਇਹ ਘਟਨਾ ਵੀ ਹੁਣ 20th ਸੈਂਚੁਰੀ ਦਾ ਮਤਲਬ 1900 ਤੋਂ ਲੈ ਕੇ 1999 ਦੇ ਵਿਚਕਾਰ ਦੀ ਗੱਲ ਹੋ ਰਹੀ ਹੈ, ਯਾਦ ਰੱਖਿਓ. ਹੁਣ ਆਪਾਂ ਰਹਿ ਰਹੇ 21st ਸੈਂਚੁਰੀ ਦੇ ਵਿੱਚ. ਇਹ ਕਹਿ ਸਕਦੇ ਹਾਂ ਤਾਂ ਹੀ ਤਾਂ 2023 ਇਹ ਪਿੱਛੇ ਵਾਲਾ 2000 ਤੋਂ ਲੈ ਕੇ 2099 ਤੱਕ ਦਾ ਟਾਈਮ ਆਏਗਾ. ਹੁਣ ਆਪਾਂ ਉਹਨਾਂ ਕੁਐਸਚਨਸ ਦੇ ਆਨਸਰਸ ਕਰਦੇ ਹਾਂ ਜਿਹੜੇ ਚੈਪਟਰ ਦੇ ਵਿੱਚ ਪੁੱਛੇ ਗਏ ਸੀ. The Titanic was a British passenger ship that sank at the bottom of the ocean during its first voyage. ਜਿਹੜੀ ਪਾਣੀ ਦੇ ਹੇਠਾਂ ਡੁੱਬ ਗਈ ਸੀ ਆਪਣੇ ਪਹਿਲੀ ਯਾਤਰਾ ਵਿੱਚ ਹੀ. The ship was constructed during the 1900s by a transportation company known as White Star. Transportation ਦੀ ਕੰਪਨੀ ਨੇ ਬਣਾਇਆ ਸੀ ਜਿਹਦਾ ਨਾਮ White Star ਸੀ. With this, they wanted to introduce a new set of luxury passenger ships that would transport wealthy people across the Atlantic Ocean. ਇਹਨੂੰ ਇੰਟਰੋਡਿਊਸ ਸ਼ਾਮਲ ਕਰਨ ਦਾ ਇਹੀ ਮਕਸਦ ਸੀ ਵੀ ਜਿਹੜੇ ਅਮੀਰ ਲੋਕ ਹੈਗੇ ਨੇ ਉਹਨਾਂ ਦੀ ਕਲਾਸ ਜਿਹੜੀ ਉਹ ਟਰੈਵਲ ਕਰ ਸਕੇ ਜਹਾਜ਼ਾਂ ਰਾਹੀਂ ਐਟਲਾਂਟਿਕ ਦੇ ਵਿੱਚ. White Star finished building the Titanic in 1911 ਦੇ ਵਿੱਚ ਖਤਮ ਹੋ ਗਈ ਸੀ ਇਹਨੂੰ ਬਣਾਉਣਾ, ਮਤਲਬ ਇਹ ਬਣ ਗਿਆ ਸੀ ਸ਼ਿਪ. At that time, it was the biggest ship that had ever been built. ਉਸ ਸਮੇਂ ਦੇ ਵਿੱਚ ਇਹ ਸਭ ਤੋਂ ਵੱਡੀ ਜਹਾਜ਼ ਸੀ ਜਿਹੜਾ ਕਦੇ ਵੀ ਬਣਿਆ ਸੀ. The Titanic was designed with safety compartments that could fill up the water if any issues occurred. ਇਹ ਜੇ ਸੁਵਿਧਾਵਾਂ ਸੀਗੀਆਂ ਵੀ ਪਾਣੀ ਜੇ ਭਰ ਵੀ ਜਾਂਦਾ ਤਾਂ ਕੋਈ ਪ੍ਰੋਬਲਮ ਨਹੀਂ ਸੀ. For this reason, many people believed that the Titanic was unsinkable. ਬਹੁਤ ਲੋਕਾਂ ਨੂੰ ਲੱਗਿਆ ਇਹ ਡੁੱਬ ਨਹੀਂ ਸਕਦੀ. In April 1912, the Titanic began its first voyage. 1912 ਵਿੱਚ ਪਹਿਲੀ ਯਾਤਰਾ ਸ਼ੁਰੂ ਕੀਤੀ ਸੀ from England to the United States. England to USA ਤੱਕ, carrying over 2000 passengers, 2000 ਯਾਤਰੀਆਂ ਦੇ ਨਾਲ. While at sea, the ship collided with an iceberg. ਸਮੁੰਦਰ ਦੇ ਵਿੱਚ ਉਹ ਇੱਕ ਚੱਟਾਨ ਦੇ ਨਾਲ ਬਰਫ਼ ਦੇ ਉਹਦੀ ਟੱਕਰ ਹੋ ਗਈ and began to overflow. ਪਾਣੀ ਅੰਦਰ ਜਾਣਾ ਸ਼ੁਰੂ ਹੋ ਗਿਆ, ਡੁੱਬਣੀ ਸ਼ੁਰੂ ਹੋ ਗਈ. The passengers and the crew evacuated the ship. ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰਤਾ, but there were not enough boats to save everyone. ਇੰਨੀਆਂ ਕਸ਼ਤੀਆਂ ਨਹੀਂ ਸੀ ਕਿ ਸਾਰਿਆਂ ਨੂੰ ਭੇਜਿਆ ਜਾ ਸਕੇ, ਬਚਾਇਆ ਜਾ ਸਕੇ. Out of 2000 passengers, only 705 survived. ਸਿਰਫ 705 ਹੀ ਬਚਾਏ ਜਾ ਸਕੇ. The sinking of the Titanic is one of the greatest tragedies of the 20th century. ਅੱਗੇ ਕਿਹਾ ਗਿਆ one student from each group will be given a picture. ਗਰੁੱਪ ਬਣਾਇਆ ਜਾਏਗਾ ਤੇ ਇੱਕ ਬੱਚੇ ਨੂੰ ਇੱਕ ਤਸਵੀਰ ਦਿੱਤੀ ਜਾਏਗੀ ਗਰੁੱਪ ਵਿੱਚੋਂ. The student will see it carefully. ਬੱਚੇ ਧਿਆਨ ਨਾਲ ਉਹਨੂੰ ਦੇਖਣਗੇ and place it face down so that the rest of the students cannot see the picture card. ਉਸ ਤੋਂ ਬਾਅਦ ਨਾ ਦੇਖਣ ਤੋਂ ਬਾਅਦ ਉਸ ਤਸਵੀਰ ਨੂੰ ਪੁੱਠਾ ਕਰਕੇ ਮੁੱਦਾ ਕਰਕੇ ਰੱਖ ਦੇਣਗੇ ਤਾਂ ਕਿ ਕਿਸੇ ਹੋਰ ਨੂੰ ਨਾ ਦਿਖਾਈ ਦੇ.
डिस्क्राइब द पिक्चर फॉर अदर स्टूडेंट्स टू ड्रॉ, फिर वो दर्शाणगे दूजे बच्चों ਨੂੰ कि की सी पिक्चर ਦੇ ਵਿੱਚ, ਤਾਂ ਕਿ ਬਾਕੀ ਦੇ ਬੱਚੇ ਉਹਨੂੰ ਡਰਾ ਕਰ ਸਕਣ। the student will speak for 2 minutes using adjectives, ਤੇ ਉਹ ਬੱਚਾ ਜਿਹੜਾ ਹੈ 2 ਮਿੰਟ ਦੇ ਲਈ ਗੱਲ ਕਰ ਸਕਦਾ ਹੈ, adjectives ਦਾ यूज करके ਉਹ ਪਿਕਚਰ ਨੂੰ एक्सप्लेन कर सकता है। ਇਹ मैं उम्मीद करती ਹਾਂ ਤੁਸੀਂ ਜ਼ਰੂਰ ਕਰੋਗੇ। ਅੱਗੇ ਨਾ ਸਾਨੂੰ ਕਿਹਾ ਐਕਟੀਵਿਟੀ ਲਿਖਣੀ ਹੈ, राइट अ स्टोरी यूजिंग द फॉलोइंग हिंट्स, हिंट्स यूज करके एक कहानी लिखनी है। ऑल्सो गिव अ हेडिंग टू द स्टोरी, कहानी नू हेडिंग भी देनी है। इत्थे कहानी की हैगी, थोड़े थोड़े सानू हिंट जेडे हैगे ने ओह दिते हुए ने, ते मैं तुहानू दस दिंदी हां। अ स्टैग, स्टैग दा मतलब मेल, मर्द वाला जेड़ा मेल हुंदा है, ओ डियर सी, आ मेल डियर, ठीक है। हिरन, ड्रिंकिंग वाटर, पानी पी रहा सी। सॉ द रिफ्लैक्शन, उन्हें एक परछाई देखी। ब्यूटीफुल हॉर्न्स, जेडे सिंग सीगे दिखे। फेल्ट प्राउड, उन्हें घमंड जिहा होया। सॉ रिफ्लैक्शन ऑफ हिज लैग्स, फिर उन्हें अपनी लत्तां दी भी परछाई देखी। फेल्ट अशेम्ड, उन्हें बड़ा दुख जिहा होया। हर्ड द बार्किंग, फिर उन्हें बार्किंग बो बो दी आवाज सुनाई दी। हंटर्स डॉग, शायद वो शिकारी दे कुत्ते सन। स्टार्टेड रनिंग, भजना शुरू कर दिता। हिज हॉर्न्स, ओदे जेडे आ सिंग सीगे, entangled in a bush, झाड़ियां विच फस के। tried his best to untangle horns, उन्हें उन्हां नू कड्डण दी बहुत कोशिश की। succeeded with great difficulty, बड़ी मेहनत मुशक्कत दे नाल निकल गया उत्थों कट के अपने सिंगां नू। dogs reached, उत्थे कुत्ते पहुंच के। used thin legs to escape, फिर उन्हें पतलियां जड़ियां लत्तां सी जिन्हों देख के उन्हें शर्म आ रही सी, उन्हां नू यूज किया उन्होंने भज्जण लई। अंडरस्टूड इंपोर्टेंस ऑफ अगली लुकिंग लेग्स, पहला उन्होंने इन्हां ते घमंड सी जिन्हां ने फसाता सी ते लेग्स देख के उन्होंने शर्म आ रही सी, ते हुण उन्होंने उन्हां दी इंपोर्टेंस बारे पता लग गया सी, महत्वपूर्ण किन्ने सी। ते ਇਹਦਾ आंसर मैं ਇੱਥੇ ਲਿਖਿਆ ਹੈ। once there was a stag, ਇੱਕ ਹਿਰਨ ਸੀ। one day he was very thirsty, ਇੱਕ ਦਿਨ ਦੀ ਗੱਲ ਹੈ ਵੀ ਉਹਨੂੰ ਬਹੁਤ ਪਿਆਸ ਲੱਗੀ ਸੀ। he went to a pool, ਝੀਲ ਕੋਲ ਗਿਆ। he was drinking water, ਉਹ ਪਾਣੀ ਪੀ ਰਿਹਾ ਸੀ। the water was very clear, ਪਾਣੀ ਕਾਫੀ ਸਾਫ਼ ਸੀ। he saw his own reflection in the water, ਕਿ ਉਹਨੂੰ ਆਪਣਾ ਖੁਦ ਦਾ ਪਰਛਾਵਾਂ ਪਾਣੀ ਵਿੱਚ ਦਿਖਾਈ ਦਿੱਤਾ। he saw his horns, ਉਹਨੂੰ ਆਪਣੇ ਬਹੁਤ ਸੋਹਣੇ ਸੋਹਣੇ ਜਿਹੜੇ ਸਿੰਗ ਸੀਗੇ ਦਿਖਾਈ ਦਿੱਤੇ। they were beautiful, ਸੋਹਣੇ ਸੀ। he feels proud for them, ਤੇ ਉਹਦੇ ਲਈ ਉਹਨੂੰ ਬੜਾ ਮਾਣ ਜਿਹਾ ਮਹਿਸੂਸ ਹੋਇਆ। then he saw his legs, ਫਿਰ ਉਹਨੂੰ ਲੱਤਾਂ ਦਿਖਾਈ ਦਿੱਤੀਆਂ। they were thin and ugly, ਬਹੁਤ ਸੁੱਕੀਆਂ ਹੋਈਆਂ, ਬੜੀ ਬਦਸੂਰਤ ਜੀਆਂ ਸੀਗੀਆਂ, ਪਤਲੀਆਂ ਪਤਲੀਆਂ। he felt ashamed to see them, ਉਹਨਾਂ ਨੂੰ ਦੇਖ ਕੇ ਉਹਨੂੰ ਬਹੁਤ ਜ਼ਿਆਦਾ ਸ਼ਰਮ ਜੀ ਮਹਿਸੂਸ ਹੋਈ। soon he saw hunter, ਤੇ ਜਲਦੀ ਉਹਨੂੰ ਇੱਕ ਸ਼ਿਕਾਰੀ ਵੀ ਦਿਖਾਈ ਦਿੱਤਾ। he had hounds with him, ਤੇ ਉਹਦੇ ਕੋਲ ਜਿਹੜੇ ਜਾਨਵਰ ਉਹ ਹੁੰਦਾ ਨਾ ਡੌਗ ਦੀ ਇੱਕ ਬਰੀਡ ਹੁੰਦੀ ਹੈ hounds, ਉਹ ਸੀਗੇ ਉਹਦੇ ਕੋਲ। the stag was in danger, ਹੁਣ ਉਹ ਹਿਰਨ ਖਤਰੇ ਵਿੱਚ ਸੀ। he ran very fast, ਬਹੁਤ ਤੇਜ਼ ਦੌੜਿਆ। his legs helped him, ਲੱਤਾਂ ਨੇ ਉਹਦੀ ਮਦਦ ਕੀਤੀ। he passed by the bushes, ਝਾੜੀਆਂ ਵਿੱਚੋਂ ਲੰਘ ਰਿਹਾ ਸੀ। his beautiful horns were caught in a bush, ਤੇ ਉਹਦੇ ਜਿਹੜੇ ਸੁੰਦਰ ਸੋਹਣੇ ਜਿਹੇ ਸਿੰਗ ਸੀਗੇ ਉਹ ਝਾੜੀਆਂ ਵਿੱਚ ਫਸ ਗਏ ਸੀ। he tried his best to free himself, ਉਹਨੇ ਪੂਰੀ ਕੋਸ਼ਿਸ਼ ਕੀਤੀ ਵੀ ਜਿਹੜੇ ਸਿੰਗ ਹੈਗੇ ਨੇ ਉਹ ਨਿਕਲ ਜਾਣ ਬਾਹਰ। he freed his horns with great difficulty, ਬੜੀ ਮੁਸ਼ਕਲ ਦੇ ਨਾਲ ਉਹਨੇ ਆਪਣੇ ਜਿਹੜੇ ਸਿੰਗ ਸੀਗੇ ਉਹ ਬਾਹਰ ਕੱਢੇ। soon the hounds reached there, ਜਲਦੀ ਹੀ ਉੱਥੇ ਉਹ ਜਿਹੜੇ ਕੁੱਤੇ ਸੀ ਉਹ ਪਹੁੰਚ ਗਏ। his ugly legs helped to save him, ਉਹਦੀ ਜਿਹੜੀ ਲੱਤਾਂ ਸੀ ਉਹਨਾਂ ਨੇ ਉਹਦੀ ਮਦਦ ਕੀਤੀ ਵੀ ਉਹ ਬਚ ਜੇ ਉਹਨਾਂ ਤੋਂ। he understood the importance of ugly looking legs, ਉੱਥੇ ਉਹਨੂੰ ਸਮਝ ਆਇਆ ਵੀ ਉਹਦੀਆਂ ਜਿਹੜੀਆਂ ਅਜੀਬ ਲੱਗਦੀਆਂ ਲੱਤਾਂ ਸੀ ਉਹ ਕਿੰਨੀ ਜ਼ਰੂਰੀ ਸੀ। ਮੋਰਲ ਕੀ ਹੈ? all that glitters is not gold, ਜੋ ਚਮਕਦਾ ਹੈ, ਜੋ ਸੋਹਣਾ ਹੁੰਦਾ ਉਹੀ ਸਭ ਵਧੀਆ ਨਹੀਂ ਹੁੰਦਾ। ਕਈ ਵਾਰ ਜਦ ਤੁਸੀਂ ਐਕਸਪੈਕਟ ਨਹੀਂ ਕਰਦੇ ਕਿਸੇ ਚੀਜ਼ ਤੋਂ ਉਹ ਵੀ ਵਧੀਆ ਨਿਕਲ ਆਉਂਦੀ ਹੈ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਅੱਗੇ ਕਿਹਾ ਗਿਆ ਰਾਈਟ ਸ਼ਾਰਟ ਨੋਟਸ ਔਨ ਯੋਰ ਪੋਜ਼ਿਟਿਵ ਸੈਲਫ ਟੇਕਿੰਗ ਇਨਫੋਰਮੇਸ਼ਨ ਫਰੋਮ ਦ ਪਿਕਚਰ ਗਿਵਨ ਬਿਲੋ। ਇਹ ਜਿਹੜਾ ਹੈਗਾ ਇਹਦੇ ਤੋਂ ਜਾਣਕਾਰੀ ਲੈ ਕੇ ਨੋਟਸ ਲਿਖਣੇ ਨੇ ਤੇ ਉਸ ਤੋਂ ਬਾਅਦ ਆਪਣੇ ਪਾਰਟਨਰ ਨੂੰ ਦਿਖਾਣੇ ਨੇ। ਮਾਈ ਪੋਜ਼ਿਟਿਵ ਸੈਲਫ ਟਾਕ, ਵੀ ਮੈਂ ਆਪਣੇ ਨਾਲ ਕਿਵੇਂ ਪੋਜ਼ਿਟਿਵ ਰਹਿਣਾ ਜਾਂ ਰਹਿੰਦੀ ਹਾਂ। ਆਈ ਐਮ ਇਨਫ, ਯਾਨੀ ਮੈਂ ਕਾਫੀ ਹਾਂ। I believe in myself and my abilities, ਮੈਨੂੰ ਆਪਣੀਆਂ ਸ਼ਮਤਾਵਾਂ ਤੇ ਆਪਣੀਆਂ ਕਾਬਲੀਅਤ ਤੇ ਪੂਰਾ ਵਿਸ਼ਵਾਸ ਹੈ। I can control my own happiness, ਮੈਂ ਆਪਣੀ ਖੁਸ਼ੀ ਨੂੰ ਆਪ ਕੰਟਰੋਲ ਕਰ ਸਕਦਾ ਜਾਂ ਕਰ ਸਕਦੀ ਹਾਂ। Today I am a leader, ਅੱਜ ਮੈਂ ਇੱਕ ਲੀਡਰ ਹੈਗਾ। Today is going to be an awesome day, ਅੱਜ ਬਹੁਤ ਵਧੀਆ ਸ਼ਾਨਦਾਰ ਦਿਨ ਹੋਣ ਵਾਲਾ ਹੈ।
I can get through this, ਵੀ ਇਹ ਮੁਸ਼ਕਲ ਹੈਗੀ ਹੈ ਪਰ ਮੈਂ ਇਹਦਾ ਹੱਲ ਕੱਢ ਲਾਂਗਾ, ਨਿਕਲ ਜਾਵਾਂਗਾ ਇਹ ਤੋਂ ਬਾਹਰ। ਤੇ ਇਹਦਾ ਆਨਸਰ ਮੈਂ ਇੱਥੇ ਲਿਖਿਆ ਹੈ, my positive self talk। I'm proud of what I am, ਮੈਨੂੰ ਆਪਣੇ ਉੱਤੇ ਮਾਣ ਹੈ ਜੋ ਵੀ ਮੈਂ ਹੈਗਾ ਜਾਂ ਹੈਗੀ ਆ। I believe in myself and my abilities, ਮੈਨੂੰ ਆਪਣੇ ਆਪ ਤੇ ਆਪਣੀ ਕਾਬਲੀਅਤਾਂ ਤੇ ਵਿਸ਼ਵਾਸ ਹੈ। I am bold enough to face any difficult and any situation I am put in, ਵੀ ਮੈਂ ਇੰਨੀ ਤਕੜੀ ਹੈਗੀ ਆ, ਮੈਨੂੰ ਵਿਸ਼ਵਾਸ ਹੈ ਕਿ ਮੈਂ ਕਿਸੇ ਵੀ ਮੁਸ਼ਕਲ ਸਿਚੁਏਸ਼ਨ ਦਾ ਹੱਲ ਕੱਢ ਸਕਦੀ ਹਾਂ ਤੇ ਆਪਣੇ ਆਪ ਨੂੰ ਉਹਦੇ ਵਿੱਚੋਂ ਬਾਹਰ ਕੱਢ ਸਕਦੀ ਹਾਂ। Today is going to be an awesome day, ਅੱਜ ਇੱਕ ਬਹੁਤ ਸ਼ਾਨਦਾਰ ਦਿਨ ਹੋਣ ਵਾਲਾ ਹੈ। I'm going to play the role of a leader in my class, ਮੈਂ ਆਪਣੀ ਕਲਾਸ ਦੇ ਵਿੱਚ ਇੱਕ ਲੀਡਰ ਦੀ ਭੂਮਿਕਾ ਨਿਭਾਉਣ ਵਾਲੀ ਹਾਂ। I am confident of my success, ਮੈਨੂੰ ਯਕੀਨ ਹੈ ਵੀ ਮੈਂ ਸਫਲ ਹੋਵਾਂਗੀ। I am happy too, ਮੈਂ ਖੁਸ਼ ਵੀ ਹਾਂ। But I can successfully control my happiness while playing my role, ਬੇਸ਼ੱਕ ਮੈਂ ਖੁਸ਼ ਹਾਂ ਪਰ ਜਦ ਮੈਂ ਰੋਲ ਅਦਾ ਕਰ ਰਹੀ ਹਾਂ, ਭੂਮਿਕਾ ਨਿਭਾ ਰਹੀ ਹਾਂ, ਤਾਂ ਮੈਂ ਆਪਣੀ ਜਿਹੜੀ ਖੁਸ਼ੀ ਹੈ ਉਹਨੂੰ ਕੰਟਰੋਲ ਵੀ ਕਰ ਸਕਦੀ ਹਾਂ। ਜੋ ਰੋਲ ਜੋ ਜ਼ਿੰਮੇਵਾਰੀ ਹੈ ਉਹ ਭੁਗਤਾਵਾਂਗੀ ਮੈਂ। ਜੇ ਤੁਹਾਨੂੰ ਕੁਝ ਹੋਰ ਲੱਗਦਾ ਹੈ ਤੁਸੀਂ ਇਹਦੇ ਨਾਲ ਕੁਝ ਹੋਰ ਵੀ ਲਿਖ ਸਕਦੇ ਹੋ। ਇਹ ਸੀਗੀ ਅੱਜ ਦੀ ਕਲਾਸ। ਆਪਣੇ ਬਾਰੇ ਪੋਜ਼ਿਟਿਵ ਟਾਕ ਜ਼ਰੂਰ ਲਿਖਿਓ ਕਮੈਂਟ ਸੈਕਸ਼ਨ ਦੇ ਵਿੱਚ। ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਮਿਲਾਂਗੇ। Till then, take care. Bye bye.